हाँ जी स्टूडेंट्स, कल ਆਪਾਂ ਪੜ੍ਹਿਆ ਸੀ ਫਸਟ ਪਾਰਟ ਵਿਪਨ ਚੌਧਰੀ ਲੈਪਸ ਆਫ ਮੈਮਰੀ ਦਾ। ਅੱਜ ਆਪਾਂ ਕਰਾਂਗੇ ਸੈਕਿੰਡ ਪਾਰਟ। ਵਿਪਿਨ ਬਾਬੂਸ ਕਾਰ ਵਾਸ ਸੇਫਲੀ ਪਾਰਕਡ ਇਨ। ਪਹਿਲਾਂ ਤੁਹਾਨੂੰ ਮੈਂ ਇੱਕ ਵਾਰੀ ਜਨਰਲ ਇੰਟਰੋਡਕਸ਼ਨ ਦੇ ਦਿੰਦਾ। ਫਸਟ ਪਾਰਟ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ। ਵਿਪਨ ਚੌਧਰੀ ਸੀ ਜਿਹੜਾ ਉਹ ਬੁੱਕਸ ਪੜ੍ਹਨ ਦਾ ਸ਼ੌਕ ਰੱਖਦਾ ਸੀ, ਠੀਕ ਹੈ। ਉਹ ਇੱਕ ਵਾਰ ਕੀ ਮਤਲਬ ਆਪਣੀਆਂ ਬੁੱਕਸ ਜੋ ਨੇ ਉਹ ਖਰੀਦਣ ਗਿਆ, ਠੀਕ ਹੈ, ਸਟੇਸ਼ਨਰੀ ਸ਼ਾਪ ਤੋਂ ਜਾਂ ਬੁੱਕ ਸ਼ਾਪ ਤੋਂ। ਤਾਂ ਉਸਨੇ ਕੀ ਦੇਖਿਆ ਕਿ ਉੱਥੇ ਇੱਕ ਪਰਸਨ ਉਸ ਨੂੰ ਮਤਲਬ ਕਿ ਦੇਖ ਰਿਹਾ ਸੀ। ਜਦੋਂ ਉਹ ਘੁੰਮਿਆ ਤਾਂ ਉਸ ਪਰਸਨ ਨੇ ਉਸ ਨਾਲ ਇੰਟਰੋਡਕਸ਼ਨ ਕੀਤੀ ਕਿ ਹਾਂ ਕਿ ਤੁਸੀਂ ਮੈਨੂੰ ਪਛਾਣਦੇ ਨਹੀਂ ਹੈਗੇ, ਬਟ ਜੋ ਚੀਜ਼ਾਂ ਉਹ ਯਾਦ ਕਰਵਾ ਰਿਹਾ ਸੀ ਉਹ ਪਰਸਨ ਵਿਪਿਨ ਚੌਧਰੀ ਨੂੰ, ਉਹ ਵਿਪਿਨ ਚੌਧਰੀ ਆਪਣੀ ਲਾਈਫ ਦਾ ਉਹ ਹਿੱਸਾ ਬਿਲਕੁਲ ਭੁੱਲ ਚੁੱਕਿਆ ਸੀ, ਠੀਕ ਹੈ। ਅਤੇ ਇਸ ਤੋਂ ਬਾਅਦ ਉਹ ਆਪਣੀਆਂ ਬੁੱਕਸ ਵਗੈਰਾ ਲੈ ਕੇ ਉੱਥੋਂ ਚਲਿਆ ਜਾਂਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਾਂ ਹੁਣ ਸੈਕਿੰਡ ਪਾਰਟ ਪੜ੍ਹਦੇ ਹਾਂ। Vipin Babu's car was safely parked in Bartram Street by the Lighthouse Cinema. He told the driver as he got into the car, just drive by the Ganga, will you Sitaram? ਵਿਪਨ ਚੌਧਰੀ ਦੀ ਜਿਹੜੀ ਕਾਰ ਸੀ ਉਹ ਮਤਲਬ ਕਿ ਬਰਤਰਾਮ ਜਿਹੜੀ ਸਟਰੀਟ ਸੀ, ਠੀਕ ਹੈ, ਲਾਈਟ ਹਾਊਸ ਸਿਨੇਮਾ ਦੇ ਕੋਲੇ ਉਸ 'ਤੇ ਉੱਥੇ ਸੇਫਲੀ ਪਾਰਕ ਕੀਤੀ ਹੋਈ ਸੀ। ਅਤੇ ਉਸਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਗੰਗਾ ਦੇ ਨਾਲ ਨਾਲ ਮਤਲਬ ਕਿ ਡਰਾਈਵ ਕਰੀ, ਠੀਕ ਹੈ, ਕਿ ਤੂੰ ਕਰੇਂਗਾ ਸੀਤਾਰਾਮ। ਅਤੇ ਉਹ ਮਤਲਬ ਉਹ ਉੱਥੋਂ ਦੀ ਉਹ ਜਾ ਰਹੇ ਸੀ, ਠੀਕ ਹੈ। ਵਿਪਿਨ ਬਾਬੂ ਰਿਗਰੈਟਡ ਹੈਵਿੰਗ ਪੇਡ ਸੋ ਮਚ ਅਟੈਂਸ਼ਨ ਟੂ ਦਾ ਇੰਟਰੂਡਰ ਹੁੰਦੇ ਨੇ ਬੱਚੇ ਘੁਸਪੈਠੀਆ ਟਾਈਪ, ਹੈ ਨਾ। ਅਤੇ ਮਤਲਬ ਕਿ ਵਿਪਿਨ ਬਾਬੂ ਨੂੰ ਪਛਤਾਵਾ ਹੋ ਰਿਹਾ ਸੀ ਕਿ ਕਿਉਂ ਉਹ ਇੱਦਾਂ ਦੇ ਇੱਕ ਪਰਸਨ ਦੇ ਮੱਥੇ ਲੱਗਿਆ, ਜਾਂ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਉਸ ਦੇ ਨਾਲ ਕਿਉਂ ਉਹਨੇ ਗੱਲਬਾਤ ਕੀਤੀ ਜਿਸ ਨੇ ਉਸ ਦਾ ਮਾਇੰਡ ਨੂੰ ਟੋਟਲੀ ਡਿਸਟਰਬ ਕਰਕੇ ਰੱਖਤਾ, ਠੀਕ ਹੈ। ਹੀ ਹੈਡ ਨੈਵਰ ਬੀਨ ਟੂ ਰਾਂਚੀ। ਉਹ ਕਦੇ ਰਾਂਚੀ ਗਿਆ ਹੀ ਨਹੀਂ ਸੀ। ਨੋ ਕੁਐਸਚਨ ਅਬਾਊਟ ਇਟ। It was inconceivable that he should forget such an incident which took place only 6 or 7 years ago. ਕਹਿੰਦਾ ਇਨਕਨਸੀਵੇਬਲ ਮਤਲਬ ਕਿ ਇਹ ਚੀਜ਼ ਉਹਦੇ ਹਜਮ ਨਹੀਂ ਹੋ ਰਹੀ ਸੀ ਕਿ ਉਹ ਇੱਕ ਚੀਜ਼ ਇੰਨੀ ਜਲਦੀ ਭੁੱਲ ਸਕਦਾ ਹੈ ਜਿਹੜੀ ਉਹਨੇ ਸਿਰਫ 6 ਜਾਂ 7 ਸਾਲ ਪਹਿਲਾਂ ਉਹਨੇ ਕੀਤੀ ਹੋਵੇ, ਠੀਕ ਹੈ। ਮਤਲਬ ਕਿ ਉਸ ਨੂੰ ਪੂਰਾ ਯਕੀਨ ਸੀ ਕਿ ਉਹ ਕਦੇ ਰਾਂਚੀ ਗਿਆ ਹੀ ਨਹੀਂ ਹੈਗਾ। ਜੋ ਉਸ ਨੂੰ ਪਰਸਨ ਮਿਲਿਆ ਸੀ, ਠੀਕ ਹੈ, ਉਹ ਮਤਲਬ ਝੂਠ ਬੋਲ ਰਿਹਾ ਸੀ। ਹੀ ਹੈਡ ਐਨ ਐਕਸੀਲੈਂਟ ਮੈਮਰੀ। ਉਸ ਨੂੰ ਆਪਣੀ ਯਾਦਾਸ਼ਤ 'ਤੇ ਬਹੁਤ ਜ਼ਿਆਦਾ ਭਰੋਸਾ ਸੀ। ਅਨਲੈਸ ਵਿਪਿਨ ਬਾਬੂਸ ਹੈਡ ਰੀਲਡ। ਜਦੋਂ ਤੱਕ ਵਿਪਿਨ ਬਾਬੂ ਦਾ ਮਤਲਬ ਕਿ ਦਿਮਾਗ ਪਿੱਛੇ ਆਪਣੇ ਪਾਸਟ ਦੇ ਵਿੱਚ, ਰੀਲਡ ਦਾ ਮਤਲਬ ਘੁੰਮ ਗਿਆ, ਠੀਕ ਹੈ, ਉਸ ਦੇ ਮਾਇੰਡ ਦੇ ਵਿੱਚ ਇੱਕ ਸਟੋਰੀ ਚੱਲ ਰਹੀ ਸੀ। ਵਾਜ਼ ਹੀ ਲੂਜ਼ਿੰਗ ਹਿਜ਼ ਮਾਇੰਡ? ਬਟ ਹਾਊ ਕੁਡ ਦੈਟ ਬੀ? ਹੀ ਵਾਜ਼ ਵਰਕਿੰਗ ਡੇਲੀ ਇਨ ਹਿਜ਼ ਆਫਿਸ. It was a big firm and he was doing a responsible job. He wasn't aware of anything ever going seriously wrong. Only today he spoke for half an hour at an important meeting and yet ਮਤਲਬ ਕਿ ਉਹਨੂੰ ਸ਼ੱਕ ਜਿਹਾ ਹੋਣ ਲੱਗ ਗਿਆ ਕਿ ਉਸ ਦਾ ਦਿਮਾਗ ਘੱਟ ਰਿਹਾ, ਠੀਕ ਹੈ। ਲੂਜ਼ਿੰਗ ਹਿਸ ਮਾਈਂਡ ਮਤਲਬ ਕਿ ਉਸ ਦੀ ਯਾਦਾਸ਼ਤ ਮਤਲਬ ਕਿ ਕੁਛ ਗਵਾਚ ਗਈ ਆ, ਹੈ ਨਾ, ਇੱਦਾਂ ਦਾ ਮਤਲਬ ਕਿ ਇੱਕ ਮੈਮਰੀ ਦਾ ਇੱਕ ਪਾਰਟ ਲੋਸਟ ਹੋ ਗਿਆ, ਹੈ ਨਾ। ਪਰ ਇਹ ਕਿੱਦਾਂ ਹੋ ਸਕਦਾ, ਠੀਕ ਹੈ। ਉਹ ਡੇਲੀ ਇੱਕ ਆਫਿਸ ਦੇ ਵਿੱਚ ਕੰਮ ਕਰਦਾ ਜੋ ਕਿ ਬਹੁਤ ਵੱਡੀ ਇੱਕ ਸੰਸਥਾ ਹੈ, ਠੀਕ ਹੈ। ਅਤੇ ਉਹ ਇੱਕ ਜ਼ਿੰਮੇਵਾਰ ਜੋਬ ਕਰ ਰਿਹਾ, ਠੀਕ ਹੈ। ਮਤਲਬ ਕਿ ਇੱਕ ਬਹੁਤ ਜ਼ਿੰਮੇਵਾਰੀ ਵਾਲੀ ਜੋਬ ਕਰਨਾ ਵੀ ਇੱਕ ਦਿਮਾਗ ਵਾਲੇ ਪਰਸਨ ਦੀ ਗੱਲ ਹੁੰਦੀ ਹੈ ਨਾ। ਅਤੇ ਉਹ ਆਪਣੇ ਆਪ 'ਤੇ ਮਤਲਬ ਇੱਕ ਤਰ੍ਹਾਂ ਕਨਫਿਊਜ਼ਡ ਸੀ ਕਿ ਉਹ ਇੱਕ ਚੀਜ਼ ਕਿਵੇਂ ਭੁੱਲ ਸਕਦਾ ਹੈ। ਫਿਰ ਉਸਨੂੰ ਯਕੀਨ ਜਿਹਾ ਹੋ ਗਿਆ ਕਿ ਹਾਂ ਮੈਂ ਇੰਨਾ ਵਧੀਆ ਕੰਮ ਕਰ ਰਿਹਾ ਤਾਂ ਮੈਂ ਮਤਲਬ ਕਿ ਮੇਰੀ ਯਾਦਾਸ਼ਤ ਬਿਲਕੁਲ ਠੀਕ ਠਾਕ ਹੈ ਅਤੇ ਮੈਂ ਇਹ ਚੀਜ਼ਾਂ ਭੁੱਲ ਨਹੀਂ ਸਕਦਾ, ਠੀਕ ਹੈ। And yet the man knew a great deal about him. How? He even seemed to know some intimate details. The bag of books, wife's death, brother's insanity. The only mistake was about his having gone to Ranchi. ਮਤਲਬ ਕਿ ਪਰ ਉਹ ਚੀਜ਼ਾਂ 'ਤੇ ਉੱਤੇ ਉਹਨੂੰ ਇੱਕ ਹਿਸਾਬ ਨਾਲ ਤਾਂ ਉਹਨੂੰ ਯਕੀਨ ਸੀ ਕਿ ਉਹ ਕਦੇ ਰਾਂਚੀ ਗਿਆ ਨਹੀਂ ਸੀ। ਬਟ ਜਿਹੜੀਆਂ ਬਾਕੀ ਗੱਲਾਂ ਉਹਨੇ ਦੱਸੀਆਂ ਸੀ ਉਹ ਪਰਸਨ ਨੇ ਜਿਹੜਾ ਮਤਲਬ ਕਿ ਉਹਨੂੰ ਮਿਲਿਆ ਸੀਗਾ, ਠੀਕ ਹੈ। ਅਤੇ ਉਹ ਸਾਰੀਆਂ ਚੀਜ਼ਾਂ ਮੈਚ ਕਰ ਰਹੀਆਂ ਸੀ ਉਸ ਦੀ ਜ਼ਿੰਦਗੀ ਦੇ ਨਾਲ, ਉਸ ਦੀ ਲਾਈਫ ਦੇ ਨਾਲ। ਅਤੇ ਉਹ ਸੋਚ ਸਕਦਾ ਸੀ ਵੀ ਸਿਰਫ ਇੱਕ ਗੱਲ ਝੂਠੀ ਸੀ ਕਿ ਉਹ ਕਦੇ ਰਾਂਚੀ ਨਹੀਂ ਗਿਆ, ਬਾਕੀ ਸਾਰੀਆਂ ਗੱਲਾਂ ਉਹਨੂੰ ਪਤਾ ਕਿਵੇਂ ਸੀ, ਠੀਕ ਹੈ। ਇਹ ਸਾਰੀਆਂ ਗੱਲਾਂ ਨੇ ਉਸ ਦਾ ਦਿਮਾਗ ਸੀ ਜਿਹੜਾ ਟੋਟਲੀ ਕਨਫਿਊਜ਼ ਕਰਤਾ, ਠੀਕ ਹੈ। ਨਾਟ ਅ ਮਿਸਟੇਕ, ਅ ਡੈਲੀਬਰੇਟ ਲਾਈ। ਇਨ 58 ਡਿਊਰਿੰਗ ਦਾ ਪੂਜਾਸ ਹੀ ਵਾਜ਼ ਇਨ ਕਾਨਪੁਰ ਐਟ ਹਿਸ ਫਰੈਂਡ ਹਰੀਦਾਸ ਬਾਗਚੀਸ ਪਲੇਸ। ਮਤਲਬ ਕਿ ਮਿਸਟੇਕ ਨਹੀਂ ਸੀ ਉਹਦੀ ਕਿ ਉਹ ਮਤਲਬ ਕਿ ਰਾਂਚੀ ਗਿਆ, ਉਹ ਸਰਾਸਰ ਝੂਠ ਬੋਲ ਰਿਹਾ ਸੀ, ਠੀਕ ਹੈ। ਅਤੇ ਜਦੋਂ ਕਿ 1958 ਦੇ ਵਿੱਚ ਤਾਂ ਉਹ ਆਪਣੇ ਫਰੈਂਡ ਕੋਲ ਸੀ ਕਾਨਪੁਰ ਅਤੇ ਪੂਜਾ ਅਟੈਂਡ ਕਰ ਰਿਹਾ ਸੀ, ਠੀਕ ਹੈ। ਆਲ ਵਿਪਿਨ ਬਾਬੂ ਹੈਡ ਟੂ ਡੂ ਵਾਜ਼ ਰਾਈਟ ਟੂ ਨੋ ਦੇਅਰ ਵਾਜ਼ ਨੋ ਵੇ ਟੂ ਰਾਈਟਿੰਗ ਟੂ ਹਰੀਦਾਸ। ਮਤਲਬ ਕਿ ਉਹ ਇੱਕ ਚੀਜ਼ ਕਰ ਸਕਦਾ ਸੀ ਕਿ ਹਰੀਦਾਸ ਉਸ ਦਾ ਕੋਈ ਫਰੈਂਡ ਹੋਊਗਾ ਵਿਪਿਨ ਬਾਬੂ ਦਾ, ਜਿਸ ਨੂੰ ਉਹ ਲੈਟਰ ਲਿਖ ਕੇ ਇਹ ਚੀਜ਼ ਬਾਰੇ ਪੁੱਛ ਸਕਦਾ ਸੀ, ਪਰ ਨਹੀਂ,
ਉਹ ਇਹ ਕਰ ਨਹੀਂ ਸਕਦਾ ਸੀ। ਉਹਦਾ ਕਾਰਨ ਕੀ ਆ ਆਪਾਂ ਪੜ੍ਹਦੇ ਹਾਂ। ਵਿਪਿਨ ਬਾਬੂ ਸਡਨਲੀ ਰਿਮੈਂਬਰਡ ਦੈਟ ਹਰੀਦਾਸ ਹੈਡ ਲੈਫਟ ਵਿਦ ਹਿਸ ਵਾਈਫ ਫॉर ਜਾਪਾਨ ਸਮ ਵੀਕਸ ਅਗੋ ਐਂਡ ਹੀ ਡਿਡਨਟ ਹੈਵ ਹਿਸ ਐਡਰੈਸ। ਹਰੀਦਾਸ ਨੂੰ ਲੈਟਰ ਤਾਂ ਲਿਖ ਸਕਦਾ ਸੀ ਪਰ ਹੁਣ ਨਹੀਂ ਲਿਖ ਸਕਦਾ ਸੀ, ਕਿਉਂਕਿ ਉਸ ਦਾ ਜਿਹੜਾ ਫਰੈਂਡ ਆ ਹਰੀਦਾਸ, ਉਹ ਆਪਣੇ ਫੈਮਿਲੀ ਨੂੰ ਲੈ ਕੇ ਜਾਪਾਨ ਮੂਵ ਹੋ ਗਿਆ ਸੀ ਕੁਛ ਹਫ਼ਤੇ ਪਹਿਲਾਂ, ਅਤੇ ਉਸਨੂੰ ਉਸਦੇ ਜਾਪਾਨ ਦਾ ਐਡਰੈਸ ਨਹੀਂ ਪਤਾ ਸੀ। ਵਟ ਦੇਅਰ ਵਾਜ਼ ਦ ਨੀਡ ਫॉर ਪ੍ਰੂਫ ਹੀ ਹਿਮਸੈਲਫ ਵਾਜ਼ ਫੁਲੀ ਅਵੇਅਰ ਦੈਟ ਹੀ ਹੈਡਨਟ ਬੀਨ ਟੂ ਰਾਂਚੀ ਐਂਡ ਦੈਟ ਵਾਜ਼ ਦੈਟ। ਪਰ ਕਹਿੰਦਾ ਪ੍ਰੂਫ ਮਤਲਬ ਕਿ ਉਹ ਤੋਂ ਪ੍ਰੂਫ ਲੈਣ ਦੀ ਵੀ ਕੀ ਲੋੜ ਹੈ, ਜਦੋਂ ਉਹਨੂੰ ਮੈਨੂੰ ਯਕੀਨ ਹੈ, ਵਿਪਿਨ ਬਾਬੂ ਕਹਿੰਦਾ ਕਿ ਹਾਂ ਮੈਂ ਕਦੇ ਰਾਂਚੀ ਗਿਆ ਹੀ ਨਹੀਂ ਹੈਗਾ, ਫਿਰ ਮੈਨੂੰ ਪ੍ਰੂਫ ਲੈਣ ਦੀ ਲੋੜ ਕੀ ਹੈ। The river breeze was bracing and yet a slight discomfort lingered in ਵਿਪਿਨ ਬਾਬੂ's mind। ਰਿਵਰ ਬਰੀਜ਼ ਮਤਲਬ ਕਿ ਉਹ ਗੰਗਾ ਦੇ ਕਿਨਾਰੇ, ਠੀਕ ਹੈ, ਡਰਾਈਵ ਕਰ ਰਹੇ ਸੀ ਕਾਰ, ਠੀਕ ਹੈ, ਰਿਵਰ ਦੀ ਬਰੀਜ਼ ਤੇਜ਼ ਹੁੰਦੀ ਜਾ ਰਹੀ ਸੀ ਐਂਡ ਯੈਟ ਅ ਸਲਾਈਟ ਡਿਸਕੰਫਰਟ, ਫਿਰ ਵੀ ਮਤਲਬ ਕਿ ਉਸਨੂੰ ਉਹਦੇ ਦਿਮਾਗ ਨੂੰ ਚਿੜਚਿੜਾਪਨ, ਠੀਕ ਹੈ, ਇੱਕ ਚੀਜ਼ ਉਹਨੂੰ ਤੰਗ ਕਰ ਰਹੀ ਸੀ ਉਹਦੇ ਮਾਈਂਡ ਦੇ ਵਿੱਚ। ਅਰਾਊਂਡ ਹਾਸਟਿੰਗਸ ਵਿਪਿਨ ਬਾਬੂ ਡਿਸਾਈਡਡ ਟੂ ਰੋਲ ਅਪ ਹਿਸ ਟਰਾਊਜ਼ਰਸ ਐਂਡ ਟੇਕ ਅ ਲੁੱਕ ਐਟ ਹਿਸ ਰਾਈਟ ਨੀ। ਮਤਲਬ ਕਿ ਇਹ ਗੱਲਾਂ ਸੋਚਦੇ, ਠੀਕ ਹੈ, ਵਿਪਿਨ ਬਾਬੂ ਨੇ ਆਪਣਾ ਸੱਜਾ ਜਿਹੜਾ ਗੋਡਾ, ਜਿਸ ਦੇ ਉੱਤੇ ਕਿ ਉਸ ਪਰਸਨ ਨੇ ਕਿਹਾ ਸੀਗਾ ਕਿ ਕੱਟ ਲੱਗਿਆ ਸੀ, ਠੀਕ ਹੈ, ਉਸਨੇ ਆਪਣਾ ਪਜਾਮਾ ਜਿਹੜਾ ਫੋਲਡ ਕੀਤਾ, ਟਰਾਊਜ਼ਰ ਫੋਲਡ ਕੀਤਾ, ਠੀਕ ਹੈ, ਅਤੇ ਆਪਣਾ ਰਾਈਟ ਸਾਈਡ ਵਾਲਾ ਨੀ ਹੈ ਜਿਹੜਾ ਉਹਨੂੰ ਦੇਖਣ ਲੱਗ ਪਿਆ। ਦੇਅਰ ਵਾਜ਼ ਅ ਮਾਰਕ ਆਫ ਐਨ ਓਲਡ ਇੰਚ ਲੌਂਗ ਕੱਟ, ਇਟ ਵਾਜ਼ ਇੰਪੋਸੀਬਲ ਟੂ ਟੈਲ ਵੈਨ ਦਾ ਇੰਜਰੀ ਹੈਡ ਅਕਰਡ। ਮਤਲਬ ਕਿ ਉਸਨੇ ਦੇਖਿਆ ਕਿ ਹਾਂ ਸੱਚਮੁੱਚ ਉਸਦੇ ਗੋਡੇ 'ਤੇ ਇੱਕ ਲੌਂਗ ਕੱਟ ਲੱਗਿਆ ਹੋਇਆ ਸੀਗਾ, ਅਤੇ ਉਸਨੂੰ ਦੇਖ ਕੇ ਇਹ ਮਤਲਬ ਗੈਸ ਕਰ ਪਾਉਣਾ ਮੁਸ਼ਕਿਲ ਸੀ ਕਿ ਉਹ ਕੱਟ ਕਦੋਂ ਲੱਗਿਆ ਹੋ ਸਕਦਾ, ਠੀਕ ਹੈ। Had he never had a fall as a boy and cut his knee, he tried to recall such an incident but couldn't। ਮਤਲਬ ਕਿ ਉਹ ਕਦੇ ਡਿੱਗ ਗਿਆ ਹੋਊਗਾ ਜਾਂ ਕਦੇ ਨਹੀਂ, ਉਸਨੂੰ ਦਿਮਾਗ ਦੇ ਵਿੱਚ ਉਸਦੇ ਕੋਈ ਗੱਲ ਨਹੀਂ ਆ ਰਹੀ ਸੀ ਉਸ ਚੀਜ਼ ਨੂੰ ਯਾਦ ਕਰਦੇ ਹੋਏ। ਦੈਨ ਵਿਪਿਨ ਬਾਬੂ ਸਡਨਲੀ ਥਾਟ ਆਫ ਦਿਨੇਸ਼ ਮੁਖਰਜੀ, ਦ ਮੈਨ ਹੈਡ ਸੈਡ ਦੈਟ ਦਿਨੇਸ਼ ਵਾਜ਼ ਇਨ ਰਾਂਚੀ ਐਟ ਸੇਮ ਟਾਈਮ। ਹੁਣ ਉਸ ਪਰਸਨ ਨੇ ਕਿਹਾ ਸੀਗਾ ਕਿ ਦਿਨੇਸ਼ ਮੁਖਰਜੀ ਵੀ ਉਸ ਟਾਈਮ 'ਤੇ ਰਾਂਚੀ ਹੀ ਸੀ ਜਿਸ ਟਾਈਮ 'ਤੇ ਉਸਨੇ ਉਹ ਗੱਲ ਦੱਸੀ 1958 ਦੀ, ਠੀਕ ਹੈ, ਜਿਸ ਦੇ ਬਾਰੇ ਹੁਣ ਵਿਪਿਨ ਬਾਬੂ ਨੂੰ ਦਿਮਾਗ ਦੇ ਵਿੱਚ ਆਇਆ, ਉਸਨੂੰ ਖਿਆਲ ਆਇਆ ਉਸਦਾ। ਦ ਮੈਨ ਹੈਡ ਸੈਡ ਦੈਟ ਦਿਨੇਸ਼ ਵਾਜ਼ ਇਨ ਰਾਂਚੀ ਐਟ ਸੇਮ ਟਾਈਮ, ਦ ਬੈਸਟ ਥਿੰਗ ਸ਼ਿਓਰਲੀ ਵੁੱਡ ਬੀ ਟੂ ਆਸਕ ਹਿਮ, ਹੀ ਲਿਵਡ ਕੁਆਇਟ ਨੀਅਰ ਇਨ ਬੈਨੀਨੰਦਨ ਸਟਰੀਟ, what was going right now, but then if he had really never been to Ranchi, what would Dinesh think if Vipin Babu asked for the confirmation। ਮਤਲਬ ਕਿ ਆਪ ਹੀ ਆਪਣੇ ਨਾਲ ਹੀ ਗੱਲਾਂ ਕਰ ਰਿਹਾ ਸੀ, ਆਪਣੇ ਆਪ ਨਾਲ ਹੀ, ਠੀਕ ਹੈ, ਵਿਪਿਨ ਬਾਬੂ, ਕਿ ਹਾਂ ਮੈਂ ਹੁਣ ਮੁਖਰਜੀ ਨੂੰ ਪੁੱਛਾਂ, ਦਿਨੇਸ਼ ਮੁਖਰਜੀ ਨੂੰ, ਕਿਉਂਕਿ ਉਸ ਪਰਸਨ ਨੇ ਕਿਹਾ ਸੀ ਕਿ ਦਿਨੇਸ਼ ਮੁਖਰਜੀ ਵੀ ਉਸ ਸਮੇਂ ਉਸ ਨਾਲ ਸੀ, ਪਰ ਨਹੀਂ, ਉਸਨੇ ਸੋਚਿਆ ਕਿ ਦਿਨੇਸ਼ ਮੇਰੇ ਬਾਰੇ ਕੀ ਸੋਚੇਗਾ, ਕਿ ਮੈਂ ਉਸਨੂੰ ਸਿਰਫ ਕਨਫਰਮੇਸ਼ਨ ਵਾਸਤੇ ਫ਼ੋਨ ਕੀਤਾ। He would probably conclude Vipin Babu was going nuts. No, it would be ridiculous to ask him। ਪਹਿਲਾਂ ਉਹਨੇ ਸੋਚਿਆ ਕਿ ਹਾਂ ਪੁੱਛ ਲੂਗਾ, ਪਰ ਫਿਰ ਉਸ ਨੂੰ ਲੱਗਿਆ ਕਿ ਹਾਂ ਇਹ ਪਾਗਲਾਂ ਵਾਲਾ ਸਵਾਲ ਹੋਊਗਾ, ਠੀਕ ਹੈ, ਕਿ ਉਹ ਸੋਚੂਗਾ ਕਿ ਇਸ ਨੂੰ ਇੱਕ ਗੱਲ ਵੀ ਯਾਦ ਨਹੀਂ ਹੈਗੀ ਆਪਣੀ ਜ਼ਿੰਦਗੀ ਦੇ, ਠੀਕ ਹੈ, ਇੱਕ ਜ਼ਿੰਦਗੀ ਦਾ ਇੱਕ ਪਾਰਟੀਕੂਲਰ ਹਿੱਸਾ, ਮਤਲਬ ਇੱਦਾਂ ਦੀਆਂ ਸੋਚਾਂ ਉਸਦੇ ਦਿਮਾਗ ਦੇ ਵਿੱਚ ਚੱਲ ਰਹੀਆਂ ਸੀ, ਠੀਕ ਹੈ। ਐਂਡ ਹੀ ਨਿਊ ਹਾਊ ਰੂਥਲੈਸ ਦਿਨੇਸ਼ ਸਰਕਾਸਮ ਕੁਡ ਬੀ। ਮਤਲਬ ਕਿ ਦਿਨੇਸ਼ ਦਾ ਜਿਹੜਾ ਮਜ਼ਾਕ ਉਡਾਉਣ ਦਾ ਤਰੀਕਾ, ਠੀਕ ਹੈ, ਉਹ ਉਸ ਨੂੰ ਹੋਰ ਜ਼ਿਆਦਾ ਚਿੜਚਿੜਾ ਕਰ ਦੂਗਾ, ਠੀਕ ਹੈ। ਸੋ ਉਸਨੇ ਮਤਲਬ ਰਹਿਣ ਤਾਂ ਸਿਪਿੰਗ ਅ ਕੋਲਡ ਡਰਿੰਕ ਇਨ ਹਿਸ ਏਅਰ ਕੰਡੀਸ਼ਨਡ ਲਿਵਿੰਗ ਰੂਮ, ਵਿਪਿਨ ਬਾਬੂ ਫੈਲਟ ਐਟ ਈਜ਼ ਅਗੇਨ। ਸਿਪਿੰਗ ਅ ਕੋਲਡ ਡਰਿੰਕ ਮਤਲਬ ਕੋਲਡ ਡਰਿੰਕ ਪੀਂਦੇ ਹੋਏ ਉਹ ਆਪਣੇ ਪਹਿਲਾਂ ਘਰੇ ਪਹੁੰਚ ਗਿਆ ਸੀ, ਠੀਕ ਹੈ, ਫਿਰ ਉਸਨੇ ਆਪਣੇ ਜਿਹੜਾ AC ਵਾਲਾ ਰੂਮ ਸੀ, ਉਸਦਾ ਏਅਰ ਕੰਡੀਸ਼ਨਡ ਰੂਮ ਸੀ, ਉਸ ਦੇ ਵਿੱਚ ਉਹ ਮਤਲਬ ਕਿ ਲੇਟ ਗਿਆ, ਠੀਕ ਹੈ। ਸੋ ਫੈਲਟ ਐਟ ਈਜ਼ ਮਤਲਬ ਕਿ ਲੇਟ ਗਿਆ, ਠੀਕ ਹੈ, ਆਰਾਮਦਾਇਕ ਰੂਮ ਦੇ ਵਿੱਚ। ਸੱਚ ਅ ਨਾਈਸੈਂਸ, ਕਿੱਡੀ ਬਕਵਾਸ ਜੀ ਗੱਲ ਹੈ ਨਾ। ਉਸਨੇ ਸੋਚਿਆ ਕਿ ਹਾਂ ਮੈਂ ਕੀ ਸੋਚ ਰਿਹਾ, ਜਸਟ ਬਿਕੋਜ਼ ਦੇ ਹੈਵ ਨਥਿੰਗ ਐਲਸ ਟੂ ਡੂ ਦੇ ਗੋ ਅਬਾਊਟ ਗੈਟਿੰਗ ਇਨ ਟੂ ਅਦਰ ਪੀਪਲਸ ਹੇਅਰ। ਉਹ ਮਤਲਬ ਕਿ ਉਸ ਬੰਦੇ ਬਾਰੇ ਸੋਚ ਰਿਹਾ ਸੀ ਜਿਹੜਾ ਉਸਨੂੰ ਮਿਲਿਆ ਸੀ, ਠੀਕ ਹੈ। ਉਹ ਸੋਚਦਾ ਲੋਕਾਂ ਕੋਲ ਕੋਈ ਕੰਮ ਨਹੀਂ ਕਰਨ ਨੂੰ ਹੁੰਦਾ, ਠੀਕ ਹੈ, ਤਾਂ ਫਿਰ ਉਹ ਲੋਕਾਂ ਦੇ ਕੰਮਾਂ ਵਿੱਚ ਟੰਗ ਅੜਾਉਂਦੇ ਨੇ, ਠੀਕ ਹੈ, ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਮਤਲਬ ਕਿ ਖਲਬਲੀ ਪੈਦਾ ਕਰਦੇ ਨੇ, ਜਾਂ ਕਹਿ ਸਕਦੇ ਹਾਂ ਲੋਕਾਂ ਨੂੰ ਉਲਝਣ ਪੈਦਾ ਕਰਦੇ ਨੇ। ਆਫਟਰ ਡਿਨਰ snuggling in bed with one of the new thrillers, Vipin Babu forgot all about the man in New Market। ਡਿਨਰ ਤੋਂ ਬਾਅਦ ਬੈੱਡ ਦੇ ਵਿੱਚ ਪੈ ਕੇ ਉਹ ਆਪਣੀ ਇੱਕ ਉਸਨੇ ਬੁੱਕ ਉਠਾਈ, ਠੀਕ ਹੈ, ਜੋ ਉਸਨੇ ਖਰੀਦੀ ਸੀ, ਉਹ ਵਿਪਿਨ ਬਾਬੂ ਦਿਨ ਦੀ ਸਾਰੀ ਸਟੋਰੀ ਭੁੱਲ ਗਿਆ। ਨੈਕਸਟ ਡੇ ਇਨ ਦਾ ਆਫਿਸ ਵਿਪਿਨ ਬਾਬੂ ਨੋਟਿਸਡ ਦੈਟ ਵਿਦ ਐਵਰੀ ਪਾਸਿੰਗ ਆਰ ਦਾ ਪ੍ਰੀਵੀਅਸ ਡੇਜ਼ ਇਨਕਾਊਂਟਰ ਵਾਸ ਆਕਿਊਪਾਈਂਗ ਮੋਰ ਐਂਡ ਮੋਰ ਆਫ ਹਿਸ ਮਾਈਂਡ। ਅਗਲੇ ਦਿਨ ਆਫਿਸ ਦੇ ਵਿੱਚ ਜਦੋਂ ਹੋ ਗਿਆ, ਉਸਨੇ ਦੇਖਿਆ ਕਿ ਪਿਛਲੇ ਦਿਨ ਦੀ ਸਟੋਰੀ ਜਾਂ ਮਤਲਬ ਪਿਛਲੇ ਦਿਨ ਦਾ ਹਾਦਸਾ ਜੋ ਉਸਨੂੰ ਉਹ ਪਰਸਨ ਮਿਲਿਆ ਸੀ, ਠੀਕ ਹੈ, ਉਸਨੂੰ ਇਹ ਦੱਸਣਾ ਕਿ ਉਹ ਰਾਂਚੀ 'ਚ ਮਿਲੇ ਸੀ, ਇਹ ਸਾਰੀ ਜਿਹੜੀ ਸਟੋਰੀ ਸੀ ਵਿਪਿਨ ਬਾਬੂ ਦੇ ਦਿਮਾਗ ਦੇ ਵਿੱਚ ਹੋਰ ਜ਼ਿਆਦਾ ਘਰ ਕਰ ਰਹੀ ਹੈ, ਉਸਦੇ ਮਾਈਂਡ ਨੂੰ ਘੇਰ ਰਹੀ ਹੈ, ਠੀਕ ਹੈ।
ਮਾਈਂਡ ਦੇ ਵਿੱਚ ਕਨਫਿਊਜ਼ਨ ਪੈਦਾ ਕਰਦੀ ਹੈ, ਜਿਸ ਨਾਲ ਉਸ ਦਾ ਮਾਈਂਡ ਸਿਰਫ ਉਸੇ ਜਗ੍ਹਾ 'ਤੇ ਟਿਕਿਆ ਹੋਇਆ ਸੀ, ਉਸ ਨੂੰ ਹੋਰ ਕੋਈ ਕੰਮ ਦੇ ਵਿੱਚ ਉਸ ਦਾ ਧਿਆਨ ਨਹੀਂ ਲੱਗ ਰਿਹਾ ਸੀ। ਠੀਕ ਹੈ, ਵਾਹਿਗੁਰੂ। ਕਿੱਥੇ ਸੀ? ਇਫ ਦ ਮੈਨ ਨਿਊ ਸੋ ਮੱਚ ਅਬਾਊਟ ਵਿਪਿਨ ਬਾਬੂ ਹਾਊ ਕੁਡ ਹੀ ਮੇਕ ਸੱਚ ਅ ਮਿਸਟੇਕ ਅਬਾਊਟ ਰਾਂਚੀ ਟ੍ਰਿਪ। ਜੇ ਉਹ ਪਰਸਨ ਵਿਪਿਨ ਬਾਬੂ ਬਾਰੇ ਇੰਨਾ ਕੁਝ ਜਾਣਦਾ ਸੀ ਤਾਂ ਉਸਨੇ ਰਾਂਚੀ ਟ੍ਰਿਪ ਬਾਰੇ ਐਡੀ ਵੱਡੀ ਮਿਸਟੇਕ ਕਿਵੇਂ ਕਰਤੀ। ਠੀਕ ਹੈ, just before lunch ਵਿਪਿਨ ਬਾਬੂ decided to ring up ਦਿਨੇਸ਼ ਮੁਕਰਜੀ। it was better to settle the question over the phone, at least the embarrassment on his face wouldn't show। ਮਤਲਬ ਕਿ ਉਸਨੇ ਲੰਚ ਤੋਂ ਪਹਿਲਾਂ ਡਿਸਾਈਡ ਕੀਤਾ ਕਿ ਉਹ ਦਿਨੇਸ਼ ਮੁਕਰਜੀ ਨੂੰ ਫ਼ੋਨ ਕਰਕੇ ਸਾਰਾ ਮਸਲਾ ਹੱਲ ਕਰਨਗੇ। ਠੀਕ ਹੈ, ਪੁੱਛਣਗੇ ਕਿ ਉਹ ਰਾਂਚੀ ਕਦੇ ਗਏ ਸੀ ਜਾਂ ਇੱਦਾਂ ਦਾ ਕੁਛ ਉਹਨਾਂ ਨਾਲ ਹੋਇਆ ਸੀ ਕਿ ਨਹੀਂ, ਅਤੇ ਜਿਸ ਦੇ ਨਾਲ ਉਹਨਾਂ ਦੇ ਫੇਸ 'ਤੇ ਜਿਹੜੀ ਇੱਕ ਮਤਲਬ ਕਿ ਅੰਬੈਰਸਮੈਂਟ ਮਤਲਬ ਸ਼ਰਮ ਕਹਿ ਸਕਦੇ ਹਾਂ ਆਪਾਂ। ਠੀਕ ਹੈ, ਇੱਦਾਂ ਦੇ ਹਾਵ ਭਾਵ ਜਿਸ ਨਾਲ ਪਰਸਨ ਨੂੰ ਅੰਬੈਰਸ ਹੋਈ ਜਾਵੇ। ਠੀਕ ਹੈ, ਸ਼ਰਮ ਮਹਿਸੂਸ ਹੋਵੇ ਕਿ ਹਾਂ ਮੈਂ ਇੱਕ ਨਿੱਕੀ ਜਿਹੀ ਗੱਲ ਨਹੀਂ ਯਾਦ ਰੱਖ ਸਕਦਾ। ਠੀਕ ਹੈ, ਜਾਂ ਕੁਛ ਨਾ ਕਰਨ ਦਾ ਪਛਤਾਵੇ ਵਾਲਾ ਫੇਸ। ਠੀਕ ਹੈ, ਉਹ ਚੀਜ਼ ਘੱਟੋ ਘੱਟ ਇਹ ਚੀਜ਼ ਤਾਂ ਉਸਦੀ ਠੀਕ ਹੋ ਜਾਊਗੀ। ਜਸਟ ਬਿਫੋਰ ਲੰਚ ਵਿਪਿਨ ਬਾਬੂ ਡਿਸਾਈਡਡ ਟੂ ਰਿੰਗ ਅਪ ਦਿਨੇਸ਼ ਮੁਕਰਜੀ। ਇਹ ਆਪਾਂ ਪੜ੍ਹ ਲਿਆ। ਠੀਕ ਹੈ, 235616 ਮਤਲਬ ਇਹ ਉਸਦਾ ਨੰਬਰ ਡਾਇਲ ਕਰ ਰਿਹਾ ਸੀ। ਠੀਕ ਹੈ, ਵਿਪਿਨ ਬਾਬੂ ਸੀ। ਹੈਲੋ ਇਜ਼ ਦੈਟ ਦਿਨੇਸ਼, ਦਿਸ ਇਜ਼ ਵਿਪਿਨ ਹੇਅਰ, ਵੈਲ ਵਟਸ ਦ ਨਿਊਜ਼। ਮਤਲਬ ਉਹਨਾਂ ਦੀ ਗੱਲਬਾਤ ਹੁੰਦੀ ਹੈ ਕਿ ਹੈਲੋ, ਹਾਂ ਤੁਸੀਂ ਦਿਨੇਸ਼ ਗੱਲ ਕਰ ਰਹੇ ਹੋ, ਮੈਂ ਵਿਪਿਨ ਗੱਲ ਕਰ ਰਿਹਾ। ਠੀਕ ਹੈ, ਉਹ ਕਹਿੰਦਾ ਅੱਛਾ ਹਾਂ ਦੱਸੋ ਕੀ ਮਤਲਬ ਕੀ ਖਬਰ ਹੈ, ਕਿੱਦਾਂ ਹਾਲ ਚਾਲ ਪੁੱਛਦੇ ਨੇ। ਠੀਕ ਹੈ, ਇੱਕ ਦੂਜੇ ਦਾ। ਆਈ ਜਸਟ ਵਾਂਟਡ ਟੂ ਫਾਈਂਡ ਆਊਟ ਇਫ ਯੂ ਰਿਕਾਲਡ ਐਨ ਇੰਸੀਡੈਂਟ ਵਿਚ ਟੁੱਕ ਪਲੇਸ ਇਨ 1958। ਠੀਕ ਹੈ, ਮਤਲਬ ਉਹ ਕਹਿੰਦਾ ਮੈਂ ਤੈਨੂੰ ਸਿਰਫ ਇੱਕ ਗੱਲ ਪੁੱਛਣ ਵਾਸਤੇ ਫ਼ੋਨ ਕੀਤਾ ਹੈਗਾ ਜਿਹੜੀ ਕਿ 58 ਦੇ ਵਿੱਚ ਹੋਇਆ ਸੀ। ਠੀਕ ਹੈ, ਕਿ ਉਹ ਗੱਲ ਮਤਲਬ ਪੁੱਛਦਾ ਸਾਰੀ ਗੱਲ ਉਹਨੂੰ, ਹੈ ਨਾ। 58 ਵਟ ਇੰਸੀਡੈਂਟ, ਕਿਹੜਾ ਇੰਸੀਡੈਂਟ ਬਾਰੇ ਗੱਲ ਕਰ ਰਹੇ ਹੋ ਤੁਸੀਂ। ਵਰ ਯੂ ਇਨ ਕੈਲਕਟਾ ਰਾਈਟ ਥਰੂ ਦੈਟ ਈਅਰ, ਦੈਟਸ ਦ ਫਸਟ ਥਿੰਗ ਆਈ ਹੈਵ ਗੋਟ ਟੂ ਨੋ। ਕਹਿੰਦਾ ਕੀ ਤੁਸੀਂ ਕਲਕੱਤਾ ਸੀ ਉਹ ਸਾਲ ਦੇ ਵਿੱਚ। ਕਹਿੰਦਾ ਉਹ ਪਹਿਲੀ ਥਿੰਗ ਆਉਂਦੀ ਹੈ ਮੇਰੇ ਦਿਮਾਗ ਦੇ ਵਿੱਚ 1958 ਨੂੰ ਯਾਦ ਕਰਕੇ। ਵੇਟ ਜਸਟ ਮਿਨਟ, 58 ਜਸਟ ਲੈਟ ਮੀ ਚੈੱਕ ਇਨ ਮਾਈ ਡਾਇਰੀ। ਮਤਲਬ ਕਿ ਜਿਹੜਾ ਹੁਣ ਦਿਨੇਸ਼ ਮੁਕਰਜੀ ਹੈ, ਠੀਕ ਹੈ, ਉਸਨੇ ਡਾਇਰੀ ਕੋਈ ਲਗਾਈ ਹੋਊਗੀ ਆਪਣੀ ਪਰਸਨਲ। ਠੀਕ ਹੈ, ਉਹ ਚੈੱਕ ਕਰਨ ਲੱਗ ਗਿਆ ਕਿ ਮੈਨੂੰ ਚੈੱਕ ਕਰ ਲੈਣ ਦਿਓ, ਫਿਰ ਮੈਂ ਤੁਹਾਨੂੰ ਦੱਸਦਾ ਮੈਂ ਕਿੱਥੇ ਸੀ। For a minute there was silence. ਵਿਪਿਨ ਬਾਬੂ could feel that his heartbeat had gone up. He was sweating a little। ਮਤਲਬ ਜਿੰਨੀ ਦੇਰ 'ਚ ਉਹ ਆਪਣੀ ਡਾਇਰੀ ਚੈੱਕ ਕਰ ਰਿਹਾ ਸੀ, ਠੀਕ ਹੈ, ਫ਼ੋਨ ਦੇ ਉੱਤੇ ਸੀ ਉਹ, ਵਿਪਿਨ ਬਾਬੂ ਨੂੰ ਉਸ ਦੂਜੇ ਪਾਸੇ ਪਸੀਨਾ ਆ ਗਿਆ ਸੀ। ਇਹ ਗੱਲ ਸੋਚਦੇ ਕਿ ਇਹ ਹੋ ਕੀ ਰਿਹਾ ਮੇਰੇ ਨਾਲ। ਹੈਲੋ ਯੈਸ ਆਈ ਹੈਵ ਗੋਟ ਇਟ ਵੁੱਡ ਬੀਨ ਆਊਟ, ਇਟ ਹੈਡ ਬੀਨ ਆਊਟ ਟਵਾਈਸ। ਮਤਲਬ ਕਿ 2 ਵਾਰ ਆਪਾਂ ਕਲਕੱਤਾ ਸੀ। ਵੇਅਰ ਵੰਸ ਇਨ ਫੈਬਰੀ, ਮਤਲਬ 2 ਵਾਰ ਆਪਾਂ ਇਕੱਠੇ ਸੀ। ਠੀਕ ਹੈ, once in February nearby to Krishna Nagar to a nephew's wedding, and then what you would know about this one, the trip to Ranchi, you were there too, that's all, what's all that sleuthing about। ਮਤਲਬ ਕਿ ਉਹ ਪੁੱਛਦਾ ਕਿ ਆਪਾਂ 2 ਵਾਰ ਸੀਗੇ ਉੱਥੇ, 2 ਵਾਰ ਦੀ ਟ੍ਰਿਪ ਸੀ ਆਪਣੀ। ਇੱਕ ਵਾਰੀ ਕਲਕੱਤੇ ਦੀ ਗੱਲ ਕਰਦੇ ਹੋਣਗੇ। ਠੀਕ ਹੈ, ਇੱਕ ਵਾਰੀ ਫਰਵਰੀ ਦੇ ਵਿੱਚ ਕਹਿੰਦੇ ਕ੍ਰਿਸ਼ਨਾ ਨਗਰ ਕੋਲੇ ਸੀ, ਮੈਂ ਆਪਣੇ ਭਤੀਜੇ ਦੀ ਵੈਡਿੰਗ ਦੇ ਵਿੱਚ ਸੀ, ਅਤੇ ਉਸ ਤੋਂ ਬਾਅਦ ਕਹਿੰਦੇ ਆਪਾਂ ਆਪਣੀ ਟ੍ਰਿਪ ਸੀ ਰਾਂਚੀ ਦੀ, ਤੁਸੀਂ ਵੀ ਉੱਥੇ ਸੀਗੇ। ਠੀਕ ਹੈ, ਇਹਦੇ ਬਾਰੇ ਇੰਨਾ ਮਤਲਬ ਉਲਝਣ ਵਾਲੀ ਕੀ ਗੱਲ ਹੈ। ਉਹ ਕਹਿੰਦੇ ਇਨਵੈਸਟੀਗੇਟ ਕਰਨ ਵਾਲੀ, ਜਾਂ ਆਪਾਂ ਕਹਿ ਸਕਦੇ ਹਾਂ ਵੀ ਇੰਨੀ ਛਾਣਬੀਣ ਕਰਨ ਦੀ ਕੀ ਲੋੜ ਹੈ, ਇੰਨਾ ਕੀ ਤੇਰੇ ਯਾਦ ਆ ਗਿਆ, ਹੈ ਨਾ, ਆਪਾਂ ਕਹਿ ਦਿੰਦੇ ਹਾਂ। ਨੋ ਆਈ ਜਸਟ ਵਾਂਟਡ ਟੂ ਐਨੀਵੇਜ਼ ਥੈਂਕਸ। ਮਤਲਬ ਗੱਲ ਕਰਦੇ ਨਾ ਕਹਿੰਦਾ ਮੈਂ ਤਾਂ ਵੈਸੇ ਹੀ ਪੁੱਛ ਲਿਆ, ਅਤੇ ਚੱਲ ਕਹਿੰਦਾ ਧੰਨਵਾਦ ਤੇਰਾ, ਹੈ ਨਾ, ਉਸਨੇ ਥੈਂਕਸ ਕੀਤਾ। ਵਿਪਿਨ ਬਾਬੂ ਸਲੈਮਡ ਦਾ ਰਿਸੀਵਰ ਡਾਊਨ ਐਂਡ ਗ੍ਰਿਪਡ ਹਿਸ ਹੈਡ ਵਿਦ ਹਿਸ ਹੈਂਡਸ। ਹੀ ਫੈਲਟ ਹਿਸ ਹੈਡ ਸਵਿਮਿੰਗ, ਅ ਚਿਲ ਸੀਮਡ ਟੂ ਸਪਰੈਡ ਓਵਰ ਹਿਸ ਬੋਡੀ। ਦੇਅਰ ਵਾਸ ਸੈਂਡਵਿਚਸ ਇਨ ਹਿਸ ਟਿਫਨ ਬਾਕਸ ਬਟ ਹੀ ਡਿਡਨਟ ਈਟ ਦੈਮ, ਹੀ ਹੈਡ ਲੋਸਟ ਹਿਸ ਐਪੀਟਾਈਟ। ਮਤਲਬ ਕਿ ਉਸ ਨੂੰ ਜਦੋਂ ਪਤਾ ਲੱਗਾ ਕਿ ਹਾਂ ਉਹ ਸੱਚੀ ਰਾਂਚੀ ਗਿਆ ਸੀ, ਠੀਕ ਹੈ, ਉਸ ਦਾ ਦਿਮਾਗ ਘੁੰਮ ਗਿਆ। ਠੀਕ ਹੈ, ਉਹਦੇ ਦਿਮਾਗ ਦੇ ਵਿੱਚ ਇਹੀ ਗੱਲ ਚੱਲ ਪਈ ਕਿ ਉਹ ਕਿੱਦਾਂ ਭੁੱਲ ਗਿਆ। ਠੀਕ ਹੈ, ਉਹ ਟਿਫਨ ਦੇ ਵਿੱਚ ਉਹ ਲੈ ਕੇ ਆਇਆ ਸੀਗਾ ਸੈਂਡਵਿਚਸ, ਜਿਹੜੇ ਕਿ ਉਸਨੂੰ ਖਾਣ ਦਾ ਬਿਲਕੁਲ ਦਿਲ ਨਹੀਂ ਕੀਤਾ, ਉਸਦੀ ਭੁੱਖ ਬਿਲਕੁਲ ਮਰ ਗਈ ਸੀ। ਠੀਕ ਹੈ, ਇਹ ਸੀਗਾ ਆਪਣਾ ਸੈਕਿੰਡ ਪਾਰਟ। ਥਰਡ ਪਾਰਟ ਆਪਾਂ ਕਰ ਸਕਦੇ ਹਾਂ ਅੱਜ, ਥੋੜ੍ਹਾ ਜਿਹਾ ਲੌਂਗ ਹੋ ਜਾਏਗਾ। ਠੀਕ ਹੈ, ਬਾਕੀ ਆਪਾਂ ਕੱਲ੍ਹ ਕਰ ਲਾਂਗੇ। ਠੀਕ ਹੈ ਸਟੂਡੈਂਟਸ, ਥੈਂਕ ਯੂ, ਦੈਟਸ ਆਲ ਫॉर ਟੁਡੇ।